ਦੋਸਤੋ ਅਮਰੀਕਾ ਦੇ ਇਮੀਗ੍ਰੇਸ਼ਨ ਵੀਜ਼ੇ ਤੋਂ ਬਾਅਦ ਕੇਸ ਰਿਫਿਊਜ਼ ਹੋ ਰਹੇ ਨੇ। ਰਿਫਿਊਜ਼ ਹੋਣ ਤੋਂ ਬਾਅਦ ਇੱਕ ਲੈਟਰ ਮਿਲ ਰਿਹਾ। ਉਹ ਲੈਟਰ ਕੀ ਹੈ, ਉਹਦੇ 'ਚ ਕੀ ਵਜ੍ਹਾ ਲਿਖੀ ਹੈ, ਉਹ ਵਜ੍ਹਾ ਤੂੰ ਕਿਸ ਨਾਲ ਦੂਰ ਕਰਨਾ ਹੈ ਔਰ ਉਸ ਵਜ੍ਹਾ ਤੋਂ ਬਚਣਾ ਕਿਸ ਨਾਲ ਹੈ, ਇਹ ਪੂਰੀ ਡਿਟੇਲ ਮੈਂ ਤੁਹਾਨੂੰ ਅੱਜ ਇਸ ਵੀਡੀਓ 'ਚ ਦੱਸਣੀ ਹੈ। ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ, ਕੀਮਤੀ ਵੀਡੀਓ ਜੇ, ਤੁਹਾਡੀ ਟੈਨਸ਼ਨ ਵੀ ਬਚਣੀ ਜੇ, ਤੁਹਾਡਾ ਟਾਈਮ ਵੀ ਬਚਣਾ ਜੇ। ਤੇ ਦੋਸਤੋ ਜਦੋਂ ਤੁਸੀਂ ਇੰਟਰਵਿਊ ਦੇ ਕੇ ਆ ਰਹੇ ਹੋ, ਤੁਸੀਂ ਮੈਨੂੰ ਇੱਕ ਲੈਟਰ ਭੇਜ ਰਹੇ ਹੋ, ਬਹੁਤ ਸਾਰੇ ਲੋਕ ਭੇਜ ਰਹੇ ਨੇ। ਉਹ ਲੈਟਰ ਦੇ ਉੱਤੇ, ਮੈਂ ਲੈਟਰ ਖੁਦ ਪੜ੍ਹਿਆ, ਉਹਦੇ ਉੱਤੇ ਲਿਖਿਆ ਹੈ ਕਿ ਵੀਜ਼ਾ ਰਿਫਿਊਜ਼ ਕਰ ਰਹੇ ਹਾਂ ਅਸੀਂ ਤੇਰਾ 212A ਦੇ ਤਹਿਤ। ਕੀ ਵਜ੍ਹਾ? ਕਿ ਸਾਨੂੰ ਸ਼ੱਕ ਹੈ ਕਿ ਤੂੰ ਜਾ ਕੇ ਪਬਲਿਕ ਚਾਰਜ ਯਾਨੀ ਕਿ ਵੈਲਫੇਅਰ ਲੈਣੀ ਹੈ। ਹੁਣ ਉਹਦੇ 'ਚ ਉਹਨਾਂ ਨੇ ਹੱਲ ਵੀ ਦੱਸਿਆ, ਅੱਗੇ ਜਾ ਕੇ ਦੱਸਣਾ। ਹੁਣ ਕੀ ਵਜ੍ਹਾ ਬਣੀ ਕਿ ਜੇ ਤੁਸੀਂ ਵੈਲਫੇਅਰ ਲੈਣੀ, ਉਹਨਾਂ ਨੂੰ ਕਿਸ ਨਾਲ ਸ਼ੱਕ ਪੈ ਗਿਆ। ਉਹ ਸ਼ੱਕ ਪੈਣ ਦੀਆਂ ਕੁਝ ਵਜੂਹਾਤ ਨੇ, ਉਹ ਮੈਂ ਤੁਹਾਨੂੰ 1 by 1 ਦੱਸਣਾ। ਹੋ ਸਕਦਾ ਸਾਰੀਆਂ ਹੀ ਤੁਹਾਡੀਆਂ ਹੋਣ, ਹੋ ਸਕਦਾ ਇੱਕ ਤੁਹਾਡੀ ਹੋਵੇ, ਹੋ ਸਕਦਾ 2 ਤੁਹਾਡੀਆਂ ਹੋਣ, ਹੋ ਸਕਦਾ 3 ਹੋਣ। ਇਹ ਹੁਣ ਮੈਂ ਤੁਹਾਨੂੰ ਦੱਸਾਂ, ਤੁਸੀਂ ਆਪਣੇ ਆਪ ਨੂੰ ਫਿੱਟ ਕਰਨਾ। ਪਹਿਲੀ ਵਜ੍ਹਾ ਕੀ ਹੈਗੀ ਉਹਦੇ 'ਚ? ਕਮਜ਼ੋਰ ਤੁਹਾਡਾ ਸਪਾਂਸਰ। I-864 ਕਮਜ਼ੋਰ ਹੈ, ਜਿਹਨੇ ਦਿੱਤਾ ਕਮਜ਼ੋਰ ਹੈ। ਤੁਹਾਡਾ ਅਸਲ ਪਟੀਸ਼ਨਰ ਹੈ ਜਾਂ ਕੋ ਸਪਾਂਸਰ ਹੈ। ਉਹ ਕਿਸ ਨਾਲ ਕਮਜ਼ੋਰ ਹੁੰਦਾ ਹੈ? ਉਹ ਕਮਜ਼ੋਰ ਇਸ ਤਰ੍ਹਾਂ ਹੁੰਦਾ ਹੈ ਕਿ ਤੁਸੀਂ ਕਹਿੰਦੇ ਹੋ ਯਾਰ ਤੇਰੀ ਕਿੰਨੀ ਆਮਦਨੀ? ਉਹਨੇ ਕਹਿੰਦੀ ਮੇਰੀ 50,000 ਆਮਦਨੀ ਹੈ। ਉਹ ਗੁੱਡ ਯਾਰ ਤੂੰ ਮੈਨੂੰ ਸਪਾਂਸਰ ਕਰ, ਗੱਲ ਖਤਮ ਹੋ ਗਈ। ਜਾਂ ਮੇਰੀ ਫੈਮਿਲੀ ਨੂੰ ਸਪਾਂਸਰ ਕਰ, ਜਾਂ ਜੋ ਵੀ ਹੈ। ਅਸਲ ਪਟੀਸ਼ਨਰ ਹੈ ਤੇ ਉਹ ਕਹਿੰਦਾ ਮੈਂ ਸਪਾਂਸਰ ਕਰਨਾ। ਉਹ ਇੱਕ ਬੁਨਿਆਦੀ ਚੀਜ਼ ਭੁੱਲ ਜਾਂਦਾ ਕਿ ਯਾਰ ਮੈਂ ਫੈਮਿਲੀ ਮੈਂਬਰ ਵੀ ਤੇ ਗਿਣਨੇ ਨੇ। ਉਹਦਾ ਕੀ ਫਾਰਮੂਲਾ ਹੈ? ਅਗਰ ਜਿਹੜਾ ਸਪਾਂਸਰ ਕਰ ਰਿਹਾ ਉਹਦੀ ਫੈਮਿਲੀ ਮੈਂਬਰ ਨੇ 3, ਜਿਹੜੇ ਆ ਰਹੇ ਨੇ ਉਹ 4, ਹੁਣ ਉਹਦਾ ਹਾਊਸ ਹੋਲਡ ਕਿੰਨਾ ਹੋ ਗਿਆ? 7। ਹੁਣ ਉਹ 7 ਬੰਦਿਆਂ ਦੇ ਹਿਸਾਬ ਨਾਲ ਗਾਈਡਲਾਈਨ ਦੇਖਣੀ ਹੈ 2026 ਦੀ, ਕਿ 2026 ਜਦੋਂ ਮੈਂ ਕਿਸੇ ਨੂੰ ਸਪਾਂਸਰ ਕਰਨਾ I-864 ਤੇ ਗਾਈਡਲਾਈਨ ਮੈਨੂੰ USCIS ਦੀ ਕੀ ਕਹਿ ਰਹੀ ਹੈ ਕਿ ਤੇਰੀ ਕਿੰਨੀ ਆਮਦਨੀ ਹੋਣੀ ਚਾਹੀਦੀ ਹੈ। ਉੱਥੇ ਮਿਸਾਲ ਦੇ ਤੌਰ ਤੇ ਲਿਖੀ ਹੈ ਕਿ ਤੁਹਾਡੀ ਆਮਦਨੀ ਹੋਣੀ ਚਾਹੀਦੀ ਹੈ 50,000, ਤੁਹਾਡੀ ਆਮਦਨੀ ਨਿਕਲਦੀ 42,000। ਕਮਜ਼ੋਰ ਹੋ ਗਿਆ, ਖਤਮ ਹੋ ਗਈ। ਉਹਨਾਂ ਕਹਿੰਦਾ ਤੇਰੀ ਤੇ ਆਮਦਨੀ ਪੂਰੀ ਨਹੀਂ ਗਈ, ਫਰਕ ਹੋ ਗਏ। ਇਹ ਵਜ੍ਹਾ ਬਣ ਗਈ। ਦੂਸਰੀ ਵਜ੍ਹਾ ਆ ਗਈ ਕਿ ਉਹ ਪੂਰੀ ਆਮਦਨੀ ਨਿਕਲ ਰਹੀ ਹੈ। ਇਹ ਮੇਰਾ ਆਈਡੀਆ ਹੁਣ, ਕਿਉਂਕਿ ਇਹਦੇ ਚਾਂਸਿਸ ਵੀ ਬਹੁਤ ਜ਼ਿਆਦਾ ਨੇ। ਕਮਜ਼ੋਰ ਜਦੋਂ ਲਫ਼ਜ਼ ਬੋਲਦੇ ਨਾ, ਉਹਦਾ ਮਤਲਬ ਹੈ ਕਿ ਇਹ ਜਿਹੜਾ ਇਹਦੇ ਵਿੱਚ ਮਸਲਨ 40,000 ਅਗਰ ਲਿਮਟ ਹੈ 7 ਬੰਦਿਆਂ ਦੀ ਮਿਸਾਲ ਦੇ ਤੌਰ ਤੇ ਤੁਹਾਡੀ ਪੂਰੀ 40,000 ਹੀ ਆ ਰਹੀ ਹੈ ਜਾਂ 41,000 ਆ ਰਹੀ। ਉਹਨਾਂ ਨੂੰ ਸ਼ੱਕ ਹੈ ਯਾਰ ਇਹਦਾ ਤੇ ਜਿਹੜਾ ਹੈਗਾ ਉਹ ਵੀਕ ਹੈਗਾ, ਬਿਹਤਰ ਹੈਗਾ ਕਿ ਇਹਦਾ ਨੂੰ ਸਟਰੋਂਗ ਕਰ, ਕੋਈ ਕੋ ਸਪਾਂਸਰ ਨਾਲ ਮਿਲੇ ਤਾਂ ਕਿ ਪਤਾ ਲੱਗੇ ਕਿ ਇਹ ਬੰਦੇ ਤੇ ਅਗਰ ਕੋਈ ਮੁਸ਼ਕਲ ਵਕਤ ਆਏ ਤੇ ਇਹ ਵੈਲਫੇਅਰ ਨਹੀਂ ਲਏਗਾ। ਕਮਜ਼ੋਰ ਜਿਹੜਾ ਤੁਹਾਡਾ ਸਪਾਂਸਰ ਹੈ ਨਾ, ਉਹ ਇੱਕ ਸਭ ਤੋਂ ਵੱਡੀ, ਸਭ ਤੋਂ ਪਹਿਲੀ ਵਜ੍ਹਾ ਉਹ ਜੇ। ਅਗਰ ਤੁਹਾਡਾ ਉਹ ਵਜ੍ਹਾ ਨਹੀਂ ਹੈਗੀ, ਤੁਸੀਂ ਕਹਿੰਦੇ ਨਹੀਂ ਯਾਰ ਮੇਰਾ ਸਪਾਂਸਰ ਤੇ ਬਹੁਤ ਅੱਛਾ, ਬਹੁਤ ਵਧੀਆ, ਫਿਰ ਵੀ ਮੈਨੂੰ ਇਹ ਰਿਫਿਊਜ਼ਲ ਦਾ ਲੈਟਰ ਮਿਲਿਆ, 212 ਮਿਲਿਆ ਔਰ ਮੈਨੂੰ ਕਿਹਾ ਗਿਆ ਕਿ ਇਹ ਕਰ, ਤੇ ਉਹਦੀ ਫਿਰ ਦੂਜੀ ਵਜ੍ਹਾ ਸੁਣ ਲਓ, ਤੁਹਾਡੇ ਡਾਕੂਮੈਂਟਸ ਅਪਡੇਟ ਨਹੀਂ ਹੈਗੇ। ਤੁਹਾਨੂੰ ਮੈਂ ਕਿਦੋਂ ਦਾ ਕਹਿ ਰਿਹਾ ਕਿ 2025 ਦੀ ਟੈਕਸ ਦੀ ਟ੍ਰਾਂਸਕ੍ਰਿਪਟ ਨਾਲ ਲੈ ਕੇ ਜਾਓ। ਆ ਗਈ ਹੈ IRS ਦੀ ਵੈਬਸਾਈਟ ਤੇ, ਸਭ ਦੀ ਪਈ, ਮੇਰੀ ਪਈ, ਜਿਹਨੇ ਸਭ ਤੋਂ ਆਖਰ ਤੇ ਟੈਕਸ ਜਮ੍ਹਾਂ ਕਰਾਇਆ ਉਹਦੀ ਆ ਗਈ, ਮੈਂ ਆਪਣੀ ਕਢਾ ਲਈ ਹੈ, ਸਭ ਦੀ ਉਹ ਨਾਲ ਲੈ ਕੇ ਜਾਓ। ਇਹ ਦੂਸਰੀ ਅਹਿਮ ਵਜ੍ਹਾ। ਤੁਸੀਂ ਤੁਹਾਡੇ ਡਾਕੂਮੈਂਟਸ ਅਪਡੇਟ ਨਹੀਂ ਹੁੰਦੇ, ਉਹਦੀ ਵਜ੍ਹਾ ਦੇ ਨਾਲ ਜਨਾਬ ਹੋਤਾ। ਤੀਸਰੀ ਵਜ੍ਹਾ ਕੀ ਹੈ ਕਿ ਜਨਾਬ ਤੁਹਾਡਾ I-864 ਦੇ ਵਿੱਚ ਗਲਤੀਆਂ ਹੁੰਦੀਆਂ ਨੇ। ਉਹ ਸਪੋਰਟ ਹੀ ਨਹੀਂ ਕਰ ਰਿਹਾ ਜੋ ਤੁਸੀਂ ਉਹਨੂੰ ਕਹਿ ਰਹੇ ਹੋ। ਉਹ ਕਹਿੰਦਾ ਠੀਕ ਹੈ ਵੀ ਇਹਦਾ ਤਾਂ ਸਾਨੂੰ ਸ਼ੱਕ ਹੈਗਾ, ਤੂੰ ਤੇ ਵੈਲਫੇਅਰ ਲੈਣੀ, ਤੂੰ ਗੱਲ ਕੋਈ ਕਰ ਰਿਹਾ, ਕਾਗਜ਼ ਕੁਛ ਲਿਖਿਆ ਨਾਲ ਸਪੋਰਟਿੰਗ ਡਾਕੂਮੈਂਟਸ ਕੁਛ ਕਹਿ ਰਹੇ ਨੇ ਜਾਂ ਹੈ ਹੀ ਨਹੀਂ। ਇਹ ਮੇਨ ਚੌਥੀ ਵਜ੍ਹਾ ਕੀ ਬਣ ਰਹੀ ਹੈ ਕਿ ਤੁਹਾਡੇ ਜਿਹੜੇ ਸਪੋਰਟਿੰਗ ਡਾਕੂਮੈਂਟਸ ਨੇ ਉਹ ਹੀ ਨਾਲ ਨਹੀਂ ਗਏ, ਯਾਨੀ ਕਿ ਤੁਹਾਡੀਆਂ ਟੈਕਸ ਰਿਟਰਨਾਂ ਮਤਲਬ ਪੂਰੀਆਂ ਨਹੀਂ ਗਈਆਂ, ਹੈਗੀਆਂ ਨੇ ਤੇ ਉਹ ਪੁਰਾਣੀਆਂ ਨੇ। ਉਸ ਤੋਂ ਬਾਅਦ ਤੁਹਾਡਾ 1099 ਅਪਡੇਟਡ ਨਹੀਂ ਹੈਗਾ, ਤੁਹਾਡਾ W2 ਨਹੀਂ ਅਪਡੇਟਡ ਹੈਗਾ, ਉਹ ਤੁਹਾਡੇ ਨਾਲ ਨਹੀਂ ਆਏ, ਉਹ ਕਮਜ਼ੋਰ ਨੇ ਜਾਂ ਨਾਲ ਹੀ ਨਹੀਂ ਹੈਗੇ। ਡਾਕੂਮੈਂਟਸ ਦੀ ਵਜ੍ਹਾ ਬਣ ਸਕਦੀ ਹੈ। ਡਾਕੂਮੈਂਟਸ ਦੀ ਬਹੁਤ ਵੱਡੀ ਵਜ੍ਹਾ ਹੁੰਦੀ, ਬਹੁਤ ਸਾਰੇ ਲੋਕਾਂ ਦੀ ਇਹ ਵਜ੍ਹਾ ਬਣਦੀ ਹੈ। ਇਹ ਸਾਰੀਆਂ ਵਜ੍ਹਾ ਚੋਂ ਇੱਕ ਵਜ੍ਹਾ, 2 ਵਜ੍ਹਾ, 3 ਵਜ੍ਹਾ ਜੋ ਵੀ ਨੇ ਤੁਹਾਡੀਆਂ ਹੋ ਸਕਦੀਆਂ ਨੇ, ਜਿਹਦੀ ਵਜ੍ਹਾ ਨਾਲ ਤੁਹਾਡਾ ਵੀਜ਼ਾ ਰਿਫਿਊਜ਼ ਹੁੰਦਾ ਹੈ। ਇਸ ਵਾਸਤੇ ਬਿਹਤਰ ਹੈਗਾ ਕਿ ਜਦੋਂ ਵੀ ਤੁਸੀਂ ਸਪਾਂਸਰ ਕਰਾ ਰਹੇ ਹੋ ਉਹਨੂੰ ਪਹਿਲੇ ਉਹਦੀ ਆਮਦਨੀ ਦੇਖੋ, ਹਾਊਸ ਹੋਲਡ ਦੇਖੋ, ਉਸ ਤੋਂ ਬਾਅਦ ਫੈਸਲਾ ਕਰੋ। ਡਾਕੂਮੈਂਟ ਸਾਰੇ ਅਪ ਟੂ ਡੇਟ ਨਾਲ ਲੈ ਕੇ ਜਾਓ। ਔਰ ਨਾਲ ਮੈਂ ਤੁਹਾਨੂੰ ਇੱਕ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਦੱਸਦਾ ਕਿ ਜਿੱਥੇ ਉਹ 212A ਦਾ ਇਤਰਾਜ਼ ਲਾ ਕੇ ਤੁਹਾਡਾ ਵੀਜ਼ਾ ਰਿਫਿਊਜ਼ ਕਰ ਰਿਹਾ, ਨਾਲ ਹੀ ਥੱਲੇ ਲਿਖ ਰਿਹਾ ਕਿ ਅਗਰ ਤੂੰ ਸਮਝਦਾ ਕਿ ਨਹੀਂ ਹੁਣ ਤੇਰੀ ਸਿਚੁਏਸ਼ਨ ਸਹੀ ਹੈ, ਤੇਰਾ ਸਪਾਂਸਰ ਠੀਕ ਹੈ, ਤੇ ਦੁਬਾਰਾ ਤੋਂ I-864 ਜਮ੍ਹਾਂ ਕਰਵਾ, ਡਾਕੂਮੈਂਟਸ ਜਮ੍ਹਾਂ ਕਰਵਾ ਤਾਂ ਕਿ ਤੇਰਾ ਅਸੀਂ ਪ੍ਰੋਸੈਸ ਕਰੀਏ। ਯਾਨੀ ਕਿ ਤੁਹਾਡਾ ਵੀਜ਼ਾ ਰਿਫਿਊਜ਼ ਨਹੀਂ ਕਰ ਰਿਹਾ, ਤੁਹਾਨੂੰ ਇਹ ਨਹੀਂ ਕਹਿ ਰਿਹਾ ਜਾ ਵੀ ਫਾਰਗ ਹੈ ਹੁਣ ਤੈਨੂੰ, ਨਹੀਂ, ਦੁਬਾਰਾ ਜਮ੍ਹਾਂ ਕਰਾਓ, ਤੁਹਾਡਾ ਦੁਬਾਰਾ ਮਾਮਲਾ ਸਿੱਧਾ ਹੋ ਜਾਏਗਾ, ਲੇਕਿਨ ਟਾਈਮ ਜ਼ਾਇਆ ਹੋਏਗਾ, ਤੁਹਾਨੂੰ ਟੈਨਸ਼ਨ ਪਏਗੀ। ਉਸ ਤੋਂ ਬਿਹਤਰ ਹੈ ਕਿ ਪਹਿਲੇ ਹੀ ਤੁਸੀਂ ਆਪਣਾ ਇੰਤਜ਼ਾਮ ਕਰਕੇ ਰੱਖੋ, ਸਟਰੋਂਗ ਆਪਣਾ ਰੱਖੋ। ਇਹ ਵਾਲਾ ਕੀ ਹੈ ਸਪਾਂਸਰ, ਡਾਕੂਮੈਂਟਸ ਪੂਰੇ ਹੋਣ, ਅਪ ਟੂ ਡੇਟ ਹੋਣ। 2026 ਤੁਸੀਂ ਇੰਟਰਵਿਊ ਤੇ ਜਾ ਰਹੇ ਹੋ, 2025 ਤੱਕ ਦੇ ਸਾਰੇ ਡਾਕੂਮੈਂਟਸ ਨਾਲ ਲੈ ਕੇ ਜਾਓ ਜਾਂ ਉਹਨਾਂ ਨੂੰ ਅਪਲੋਡ ਕਰਕੇ ਜਾਓ। ਇਹ ਹੀ ਵਜੂਹਾਤ ਨੇ, ਹੋਰ ਕੋਈ ਚੌਥੀ, ਪੰਜਵੀਂ, ਛੇਵੀਂ ਵਜ੍ਹਾ ਨਹੀਂ ਹੈਗੀ। ਇਹ ਵਜੂਹਾਤ ਨੇ ਜਿਹਦੀ ਵਜ੍ਹਾ ਦੇ ਨਾਲ ਉਹਨਾਂ ਨੂੰ ਤੁਹਾਡੇ ਤੇ ਸ਼ੱਕ ਪੈਂਦਾ। I-864 ਦੀ ਗੱਲ ਹੋ ਰਹੀ ਹੈ। ਇਸ ਤੋਂ ਇਲਾਵਾ ਕੋਈ ਹੋਰ ਵਜ੍ਹਾ ਹੋ ਸਕਦੀ ਹੈ ਤੇ ਉਹਦਾ ਉਹ ਲਹਿਦਾ ਲਿਖਣਗੇ। ਜ਼ਿਆਦਾਤਰ ਜਿਹੜਾ ਆ ਰਿਹਾ, ਬਲਕਿ ਸਾਰੇ ਜਿਹੜੇ ਮੇਰੇ ਕੋਲ ਆਏ ਨੇ ਲੈਟਰ, ਉਹਦੇ 'ਚ ਇਹੋ ਹੀ ਹੈ ਜੀ I-864। ਅਗਰ ਤੈਨੂੰ ਉਮੀਦ ਹੈ ਕਿ ਤੂੰ ਸਹੀ ਹੋ ਗਿਆ ਤੇ I-864 ਦੁਬਾਰਾ ਜਮ੍ਹਾਂ ਕਰਾ। ਇਹਦਾ ਮਤਲਬ ਹੈ ਕਿ ਉਹ ਤੁਹਾਡੇ ਸਪਾਂਸਰ ਤੋਂ ਮੁਤਮਿਨ ਨਹੀਂ ਹੈਗੇ, ਤੁਹਾਡੇ ਫਾਰਮ ਤੋਂ ਮੁਤਮਿਨ ਨਹੀਂ ਹੈਗੇ ਜਾਂ ਤੁਹਾਡੇ ਸਪੋਰਟਿੰਗ ਡਾਕੂਮੈਂਟਸ ਤੋਂ ਮੁਤਮਿਨ ਨਹੀਂ ਹੈਗੇ। ਇਹਨਾਂ ਨੂੰ ਠੀਕ ਕਰਕੇ ਲੈ ਕੇ ਜਾਓ ਤਾਂ ਕਿ ਟੈਨਸ਼ਨ ਤੋਂ ਬਚੋ। ਥੈਂਕ ਯੂ ਸੋ ਮਚ।